ਬਾਈਪਾਸ ਜਿਸ ਤਰ੍ਹਾਂ ਸਾਡਾ 5 ਕਿਲੋਮੀਟਰ ਦਾ ਲੰਬਾਈ ਹੈ ਜੀ, ਇਹਦੇ ਬਾਈਪਾਸ ਦੇ ਉੱਤੇ ਇਹਨਾਂ ਨੇ ਲਗਭਗ 61-62 ਲੱਖ ਰੁਪਈਆ ਰੇਟ ਤੈਅ ਕੀਤਾ, ਜਿਹੜਾ ਕਿ ਬਹੁਤ ਥੋੜਾ। ਜਿਹਦੇ ਕੋਲ 2.5 ਕਿੱਲੇ ਪੈਲੀ ਆ ਤੇ ਉਹਦੇ ਕੋਲ ਕਿੱਲਾ ਪੈਲੀ ਵਿੱਚੋਂ ਨਿਕਲ ਜਾਵੇ, ਉਹਨੂੰ ਹੁਣ ਕੋਈ ਉਜਾੜਾ ਪਤਾ ਨਹੀਂ, ਕੋਈ ਉਹਨੂੰ ਸਪਲੀਮੈਂਟ ਨਹੀਂ ਇਹ ਚੀਜ਼ ਦਾ, ਕੋਈ ਆਪਣੇ ਕਿਸੇ ਪਾਸੇ ਜ਼ਮੀਨ ਲੈ ਸਕੇ। ਤੇ ਘੱਟੋ ਘੱਟ ਕਲੈਕਟਰੇਟ ਵਧਾ ਕੇ ਰੇਟ ਤੈਅ ਕੀਤੇ ਜਾਣ ਤੇ ਕਿਸਾਨ ਨੂੰ ਸੈਟੀਸਫਾਈ ਕੀਤਾ ਜਾਵੇ ਤੇ ਉਹਦੇ ਜਿਹੜੇ ਲਿਮਟਾਂ ਦੇ ਜਾਂ ਬੈਂਕਾਂ ਦੇ ਕਰਜ਼ੇ ਨੇ ਉਹ ਮਾਫ ਕੀਤੇ ਜਾਣ। ਦੂਸਰਾ ਫਲਾਈਓਵਰ ਦੇ ਨਾਲ ਬੰਦ ਦੇ ਨਾਲ ਇਹ ਜ਼ਮੀਨਾਂ ਦਾ ਬਹੁਤ ਭਾਰੀ ਨੁਕਸਾਨ ਹੋਣਾ ਕਿ ਜ਼ਮੀਨਾਂ ਬੜੀਆਂ ਥੱਲੇ ਰਹਿ ਜਿਹੜੀਆਂ, ਫਲਾਈਓਵਰ ਦੀ ਹਾਈਟ ਬੜੀ ਉੱਪਰ ਹੋ ਜਾਣੀ ਹੈ ਜੀ। ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ, ਰਮਦਾਸ ਤੱਕ ਅਗਲੇ ਪਾਸੇ ਪਹਿਲਾਂ ਬਣ ਚੁੱਕੀ ਆ ਜੀ ਸੜਕ, ਇਹਦੀ ਸਾਰੀ ਬਣਨੀ ਆ 4 ਲਾਈਨ ਬਣਨੀ ਜੀ। ਇਹਦੇ ਵਿੱਚ ਜਿਹੜੀਆਂ ਕੀਮਤਾਂ ਨੇ ਬੜੀਆਂ ਥੋੜੀਆਂ ਨੇ, ਚੰਗੀ ਨਾ ਚੰਗੀ, ਮਾੜੀ ਨਾ ਮਾੜੀ, ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਦੇਖਣਾ ਚਾਹੀਦਾ। ਪੰਜਾਬ ਗੌਰਮੈਂਟ ਨੂੰ ਆ ਕਿ ਇਹ ਕਿਤੇ ਇੱਕ ਵਾਰੀ ਵੀ ਨਹੀਂ ਬੋਲੇ ਜੀ। ਪੰਜਾਬ ਗੌਰਮੈਂਟ ਦਾ ਕਦੀ ਕੋਈ ਅਧਿਕਾਰੀ, ਕਦੀ ਕੋਈ ਪੋਲੀਟੀਕਲ ਬੰਦਾ ਸਰਕਾਰ ਦਾ ਨਹੀਂ ਬੋਲਿਆ, ਕਿਤੇ ਦਿਖਾ ਦਿਓ ਤੁਸੀਂ ਕਦੀ ਸਟੇਟਮੈਂਟ ਜੀ ਕਿ ਹਾਂ ਜ਼ਿਮੀਂਦਾਰਾਂ ਨੂੰ ਘੱਟ ਮਿਲ ਰਹੇ ਆ ਰੇਟ। ਤੁਸੀਂ ਕਿਸਾਨੀ ਅੰਦੋਲਨ ਕਰ ਰਹੇ ਹੋ, ਉਹਦੇ ਉੱਤੇ ਪਰਚੇ ਹੋ ਗਏ ਨੇ, ਇਹ ਵੀ ਖੁਸ਼ਖਬਰੀ ਹੈ ਜੀ ਕਿ ਰੱਦ ਕਰ ਦਿੱਤਾ। ਕੇਂਦਰ ਨੇ ਅੱਜ ਖੇਤੀ ਕਾਨੂੰਨ ਰੱਦ ਕੀਤੇ ਆ ਤੇ 700 ਕਿਸਾਨ ਦੀ ਸ਼ਹਾਦਤ ਤੋਂ ਬਾਅਦ ਇਹ ਵੀ ਖੁਸ਼ਖਬਰੀ ਆ ਸਾਡੇ ਲਈ। ਸਰਕਾਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਠ। ਮੇਰੇ ਕੋਲ ਤੁਸੀਂ ਦੇਖ ਰਹੇ ਹੋ ਕਿ ਇੱਕ ਬੁਰਜੀ ਲੱਗੀ ਹੋਈ ਹੈ। ਇਹ ਬੁਰਜੀ ਦਾ ਕੀ ਸੰਬੰਧ ਹੈ ਕਿਸਾਨਾਂ ਦੀਆਂ ਜ਼ਮੀਨਾਂ ਨਾਲ, ਇਹਦੇ ਲਈ ਵਿਚਾਰ ਚਰਚਾ ਕਰਨ ਲਈ ਅਸੀਂ ਪਹੁੰਚੇ ਹਾਂ। ਸੋ ਮੇਰੇ ਨਾਲ ਮਾਰਕੀਟ ਕਮੇਟੀ ਨਾਲਾ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੂਬੀ ਗੁੱਜਾ ਪੀਰ ਮੌਜੂਦ ਨੇ। ਕੁਝ ਵਿਸਤਾਰ 'ਚ ਦੱਸਣਗੇ ਕਿ ਅੱਜ ਬੇਸ਼ੱਕ ਬੜਾ ਪਵਿੱਤਰ ਦਿਹਾੜਾ ਹੈ, ਸਮੁੱਚੀ ਮਾਨਵਤਾ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਹੈ। ਅਤੇ ਅੱਜ ਕਿਸਾਨਾਂ ਦੀ ਜਿੱਤ ਦੀ ਵੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਵੀ ਕੀਤਾ ਗਿਆ। ਸਾਰੀਆਂ ਗੱਲਾਂ ਤੋਂ ਪਰਦਾ ਚੁੱਕਾਂਗੇ। ਪਹਿਲਾਂ ਇਸ ਬੁਰਜੀ ਬਾਰੇ ਥੋੜ੍ਹਾ ਜਿਹਾ ਤੁਹਾਡੇ ਨਾਲ ਜਿਹੜੀ ਸਾਂਝ ਪਾਉਣੀ ਹੈ ਕਿ ਅਸਲ 'ਚ ਕੀ ਆ। ਚੇਅਰਮੈਨ ਸਾਹਿਬ, ਸਵਾਗਤ ਹੈ ਜੀ ਸਾਡੇ ਨਾਲ ਜੁੜਨ ਲਈ। ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਮੈਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਰੀ ਸਿੱਖ ਸੰਗਤ ਨੂੰ, ਸਾਰੇ ਦੁਨੀਆ ਭਰ ਦੇ ਵਿੱਚ ਬੈਠੇ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਜੀ ਕਿ ਅੱਜ ਬਹੁਤ ਹੀ ਪਵਿੱਤਰ ਦਿਹਾੜਾ। ਅੱਜ ਦੇ ਦਿਨ ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ 3 ਖੇਤੀ ਕਾਨੂੰਨ ਰੱਦ ਕੀਤੇ ਨੇ। ਕਿਸਾਨਾਂ ਦੇ ਸੰਘਰਸ਼ ਦੀ ਬਹੁਤ ਵੱਡੀ ਜਿੱਤ ਹੋਈ ਆ ਔਰ ਕੇਂਦਰ ਦੀ ਸਰਕਾਰ ਨੂੰ ਗੋਡਿਆਂ ਭਾਰ ਕੀਤਾ, ਮਜਬੂਰ ਕੀਤਾ ਔਰ ਪੰਜਾਬੀਆਂ ਦੀ, ਕਿਸਾਨਾਂ ਦੀ, ਆਮ ਲੋਕਾਂ ਦੀ ਜਿਹੜੀ ਸ਼ਮੂਲੀਅਤ ਸੀਗੀ ਇਸ ਅੰਦੋਲਨ ਦੇ ਵਿੱਚ, ਉਹਦੀ ਫਤਿਹ ਹੋਈ ਆ। ਔਰ ਜਿਹੜੇ ਅੱਜ ਉਹਨਾਂ ਬੋਲ ਕੇ ਕਿਹਾ ਹੈ ਕਿ ਖੇਤੀ ਕਾਨੂੰਨ ਰੱਦ ਕਰ ਰਹੇ ਆ, ਲੇਕਿਨ ਇਹਨਾਂ ਖੇਤੀ ਕਾਨੂੰਨਾਂ ਨੂੰ ਅੱਖਰ ਅੱਖਰ ਇੱਕ ਇੱਕ ਮੱਦ ਤਹਿਤ ਰੱਦ ਕਰਵਾਉਣਾ ਔਰ ਪੂਰੀ ਇਹਦੀ ਰਾਖੀ ਕਰਨੀ, ਪਾਰਲੀਮੈਂਟ ਦੇ ਵਿੱਚ ਕੋਈ ਕਸਰ ਨਾ ਰਹਿ ਜੇ, ਕਿਤੇ ਕੋਈ ਸਿਹਾਰੀ ਬਿਹਾਰੀ, ਕੋਈ ਅੱਗੇ ਪਿੱਛੇ ਕਰਕੇ ਕੋਈ ਘੁੰਡੀ ਨਾ ਰੱਖ ਲੈਣ। ਔਰ ਜਦੋਂ ਨਵੇਂ ਕਾਨੂੰਨ ਬਣਦੇ ਨੇ ਉਹਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਔਰ ਜਿੰਨੇ ਵੀ ਖੇਤੀ ਨਾਲ ਸੰਬੰਧਿਤ ਟੈਕਨੋਕਰੇਟਸ ਨੇ, ਉਹਦੇ ਵਿੱਚ ਬਹਿ ਕੇ ਚੰਗੀ ਤਰ੍ਹਾਂ ਡਰਾਫਟਿੰਗ ਕਰੇ ਸਰਕਾਰ ਕਿਸਾਨਾਂ ਦੀ ਸਹਿਮਤੀ ਦੇ ਨਾਲ। ਔਰ ਫਿਰ ਇਹ ਖੇਤੀ ਕਾਨੂੰਨ ਜਿਹੜੇ ਆ ਅਸੀਂ ਸਮਝਾਂਗੇ ਕਿ ਕਿਸਾਨਾਂ ਦੀ ਰਾਏ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨਾਲ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵਿੱਚ ਲੈ ਕੇ ਉਹਨਾਂ ਦੀ ਸ਼ਮੂਲੀਅਤ ਦੇ ਨਾਲ ਇੱਕ ਸਾਂਝਾ ਮਿੰਜਾ ਜਿਹੜਾ ਕਿ, ਕਿਉਂਕਿ ਦੇਸ਼ ਵਿੱਚ ਕਦੀ 5 ਸਾਲਾਂ ਬਾਅਦ ਸਰਕਾਰ ਕੋਈ ਆ ਜਾਂਦੀ, ਕਦੀ ਕੋਈ ਆ ਜਾਂਦੀ, ਲੇਕਿਨ ਖੇਤੀ ਦੇ ਉੱਤੇ ਜਿਹੜੀ ਪਾਲਿਸੀ ਆ ਉਹ ਬੜੀ ਪੱਕੀ ਅਤੇ ਬੜੀ ਹੀ ਸਮਝਦਾਰੀ ਦੇ ਨਾਲ ਔਰ ਕਿਸਾਨੀ ਹਿੱਤਾਂ ਨੂੰ, ਮਜ਼ਦੂਰਾਂ ਨੂੰ ਸਾਹਮਣੇ ਰੱਖ ਕੇ, ਛੋਟੇ ਵਪਾਰੀ ਦੀ ਵੀ, ਕਿਉਂਕਿ ਜੇ ਕਿਸਾਨ ਦਾ ਕੋਈ ਬਣਦੀ ਚੀਜ਼ ਉਹਦੇ ਬਲਦੀ ਗਾ ਦੇ ਨਾਲ ਮਜ਼ਦੂਰ ਵੀ ਜੁੜਿਆ, ਛੋਟਾ ਦੁਕਾਨਦਾਰ ਵੀ ਜੁੜਿਆ, ਵਪਾਰ ਵੀ ਜੁੜਿਆ, ਸਾਰਿਆਂ ਦੇ ਹਿੱਤ ਜਿਹੜੇ ਨੇ ਉਹਨਾਂ ਦਾ ਧਿਆਨ ਰੱਖ ਕੇ ਇਹ ਖੇਤੀ ਕਾਨੂੰਨ ਜਿਹੜੀ ਬੰਨ ਨਵੇਂ ਸਿਰੇ ਤੋਂ ਪਾਰਲੀਮੈਂਟ ਦੇ ਵਿੱਚ ਰੱਦ ਹੋ ਜਾਣ ਔਰ ਕਿਸਾਨ ਜਿਹੜੇ ਨੇ ਤਦ ਤੱਕ ਇਸ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਲਈ ਜਿਹੜਾ ਸੰਘਰਸ਼ ਕੀਤਾ ਔਰ ਬਹੁਤ ਵੱਡੀ ਜਿੱਤ ਹੋਈ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਇਹਦੀ ਵੀ ਵਧਾਈ ਦੇਣਾ। ਇਹ ਵੀ ਬੜਾ ਇੱਕ ਕਿਸਮ ਦਾ ਬਾਬੇ ਨਾਨਕ ਦੀ ਜਿਹੜੇ ਪ੍ਰਕਾਸ਼ ਪੁਰਬ ਦੇ ਉੱਥੇ ਬੜੀ ਮਿਹਰ ਹੋਈ ਆ, ਬੜੀ ਖੁਸ਼ੀ ਦੀ ਗੱਲ ਆ। ਦੂਸਰੀ ਇਹ ਬੁਰਜੀ ਬਾਰੇ ਵੀ ਥੋੜ੍ਹਾ ਵਿਸਤਾਰ 'ਚ ਕਰ ਲਈਏ ਕਿ ਵੀ ਕਿਸਾਨਾਂ ਦੀਆਂ ਜ਼ਮੀਨਾਂ 'ਚ ਲੱਗੀਆਂ ਹੋਈਆਂ ਨੇ, ਇਹਦੇ ਪਿੱਛੇ ਕੀ ਚੱਲਦਾ, ਕੀ ਪਿਆ ਹੈ, ਕੀ ਹੈ ਵਿਸਤਾਰ 'ਚ? ਇਹ ਜਿਹੜੀਆਂ ਬੁਰਜੀਆਂ ਲੱਗੀਆਂ ਜੀ, ਇਹ ਕੱਲ੍ਹ ਹੀ ਲੱਗੀਆਂ ਨੇ। ਅੱਜ ਬਾਬਾ ਜੀ ਦਾ ਪ੍ਰਕਾਸ਼ ਪੁਰਬ ਆ ਜੀ, ਇੱਕ ਦਿਨ ਕੱਲ੍ਹ ਸ਼ਾਮੀ ਲੱਗੀਆਂ ਨੇ। ਇਹ ਭਾਰਤਮਾਲਾ ਤਹਿਤ ਜ਼ਮੀਨਾਂ ਅਕਵਾਇਰ ਕਰ ਰਹੀ ਆ ਸੈਂਟਰ ਗੌਰਮੈਂਟ
ਔਰ ਪੰਜਾਬ ਗਵਰਨਮੈਂਟ ਦੇ ਜਿਹੜੇ ਸਬ ਡਿਵੀਜ਼ਨ ਅਧਿਕਾਰੀ ਨੇ, ਜਿਸ ਤਰ੍ਹਾਂ ਐਸਡੀਐਮ ਸਾਹਿਬ ਨੇ, ਤਹਿਸੀਲਦਾਰ ਨੇ ਜਾਂ ਹੋਰ ਨੇ, ਉਹਨਾਂ ਨੇ ਕਲੈਕਟਰੇਟ ਜਿਹੜੇ ਨੇ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਦੇ ਉਹ ਤੈਅ ਕਰਨੇ ਹੁੰਦੇ ਆ। ਮੈਂ ਦੱਸਦਾ ਕਿ ਜਿਸ ਤਰ੍ਹਾਂ ਸਾਡਾ ਪਿੰਡ ਆ ਜੀ, ਇਹਦਾ ਕਲੈਕਟਰੇਟ ਸੜਕ ਦੇ ਪਹਿਲੇ ਏਕੜ ਦਾ, ਸੜਕ ਦੇ ਦੋਨੋਂ ਪਾਸੇ ਇਹਨਾਂ ਨੇ ਪਹਿਲੇ ਏਕੜ ਦਾ ਤੈਅ ਕੀਤਾ ਸੀਗਾ, ਅੱਜ 16,71,000 ਆ। ਇਸ ਤੋਂ ਪਹਿਲਾਂ ਅੱਜ ਤੋਂ 2013 ਦੇ ਵਿੱਚ 13-14 ਦੇ ਵਿੱਚ ਇਹਦਾ 26 ਲੱਖ ਸੀਗਾ। ਫਿਰ ਇਹ ਕਲੈਕਟਰੇਟ ਘਟਾ ਦਿੱਤਾ ਜੀ, ਫਿਰ 22 ਕਰਤਾ, ਫਿਰ 18-34 ਕਰ ਦਿੱਤਾ, ਅੱਜ 16,71 ਆ। ਸੜਕ ਤੋਂ ਪਹਿਲੇ ਏਕੜ ਤੋਂ ਬਾਅਦ ਆ ਦੂਸਰੇ ਏਕੜ ਦਾ 6,30,000 ਇਹ ਕਲੈਕਟਰੇਟ ਆ। ਕਲੈਕਟਰੇਟਾਂ ਦੇ ਮੁਤਾਬਕ ਹੀ ਜ਼ਮੀਨਾਂ ਦੀਆਂ ਕੀਮਤਾਂ ਜਿਹੜੀਆਂ ਤੈਅ ਕਰਦੇ ਨੇ। ਲੇਕਿਨ ਜਿਹੜਾ ਮਗਰਲਾ ਬਾਈਪਾਸ, ਜਿਸ ਤਰ੍ਹਾਂ ਸਾਡਾ 5 ਕਿਲੋਮੀਟਰ ਦਾ ਲੰਬਾਈ ਹੈ ਜੀ, ਇਹਦੇ ਬਾਈਪਾਸ ਦੇ ਉੱਤੇ ਇਹਨਾਂ ਨੇ ਲਗਭਗ 61-62 ਲੱਖ ਰੁਪਈਆ ਰੇਟ ਤੈਅ ਕੀਤਾ, ਜਿਹੜਾ ਕਿ ਬਹੁਤ ਥੋੜ੍ਹਾ, ਕਿਉਂਕਿ ਜ਼ਮੀਨ ਜਿਹੜੀ ਆ ਦੋ ਹਿੱਸਿਆਂ 'ਚ ਵੰਡੀ ਜਾਣੀ ਆ। ਨੰਬਰ 2 ਕਿ ਜਿਹੜਾ ਬਾਈਪਾਸ ਹੈ ਅਜਨਾਲੇ ਦਾ, ਇੱਥੋਂ 2-3 ਏਕੜ ਦੂਰ ਤੋਂ ਹੀ ਅਜਨਾਲਾ ਸ਼ੁਰੂ ਹੋ ਜਾਂਦਾ, ਬਾਜ਼ਾਰ ਸ਼ੁਰੂ ਹੋ ਜਾਂਦਾ ਜੀ। ਇਧਰਲੇ ਪਾਸੇ ਵੀ ਕਮਰਸ਼ੀਅਲ ਜ਼ਮੀਨਾਂ ਨੇ, ਪੈਲਸ ਨੇ। ਸੜਕ ਦਾ ਜਿਹੜਾ ਪਹਿਲਾ ਏਕੜ ਆ 16,71 ਆ, ਉਹਦਾ ਜਿਹੜਾ 68 ਲੱਖ ਰੁਪਈਆ ਪਾਇਆ, ਜਿਹੜਾ 630 ਵਾਲਾ ਦਾ 61, ਇਹ ਬੜਾ ਡਿਫਰੈਂਸ, ਬੜਾ ਥੋੜ੍ਹਾ। ਦੂਸਰਾ ਫਲਾਈਓਵਰ ਦੇ ਨਾਲ, ਬੰਦ ਦੇ ਨਾਲ ਇਹ ਜ਼ਮੀਨਾਂ ਦਾ ਬਹੁਤ ਭਾਰੀ ਨੁਕਸਾਨ ਹੋਣਾ ਕਿ ਜ਼ਮੀਨਾਂ ਬੜੀਆਂ ਥੱਲੇ ਰਹਿ ਜਿਹੜੀਆਂ, ਫਲਾਈਓਵਰ ਦੀ ਹਾਈਟ ਬੜੀ ਉੱਪਰ ਹੋ ਜਾਣੀ ਆ ਜੀ, ਇੱਕ ਇਹ ਵੀ ਨੁਕਸਾਨ ਆ। ਦੂਸਰਾ ਜ਼ਮੀਨ ਜਿਹੜੀ ਆ ਦੋ ਹਿੱਸਿਆਂ 'ਚ ਵੰਡੀ ਜਾਣੀ ਆ, ਇਹਦੀ ਖੇਤੀ ਕਰਨੀ ਜਾਂ ਉੱਪਰੋਂ ਦੀ ਘੁੰਮ ਕੇ ਆਉਣਾ ਇਹ ਵੀ ਔਖਾ। ਇਹ ਦਿੱਲੀ ਤੋਂ ਕਟੜਾ ਤੱਕ ਤੇ ਅੰਮ੍ਰਿਤਸਰ ਦਾ ਰਿੰਗ ਰੋਡ ਤੇ ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ, ਰਮਦਾਸ ਤੱਕ, ਅਗਲੇ ਪਾਸੇ ਪਹਿਲਾਂ ਬਣ ਚੁੱਕੀ ਆ ਜੀ ਸੜਕ। ਇਹਦੀ ਸਾਰੀ ਬਣਨੀ ਆ 4 ਲਾਈਨ ਬਣਨੀ ਜੀ। ਇਹਦੇ ਵਿੱਚ ਜਿਹੜੀਆਂ ਕੀਮਤਾਂ ਨੇ ਬੜੀਆਂ ਥੋੜ੍ਹੀਆਂ ਨੇ, ਚੰਗੀ ਨਾ ਚੰਗੀ, ਮਾੜੀ ਨਾ ਮਾੜੀ, ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਦੇਖਣਾ ਚਾਹੀਦਾ। ਔਰ ਪਿੰਡਾਂ ਦਾ, ਕਿਸੇ ਪਿੰਡ ਦੇ ਵਿੱਚ ਦਾ ਰੇਟ ਤੇ ਦੂਸਰੇ ਪਿੰਡ ਦੀ ਬਿਲਕੁਲ ਵੱਟ ਸਾਂਝੀ ਹੁੰਦੀ ਹੈ, ਤੇ ਉਹਦਾ ਰੇਟ ਦਾ ਬੜਾ ਫਰਕ ਹੈ ਜੀ। ਸੋ ਚੇਅਰਮੈਨ ਸਾਹਿਬ, ਇੱਕ ਹੋਰ ਮੇਰਾ ਸਵਾਲ ਉੱਠਦਾ ਕਿ ਜਿਹੜੇ ਕਿੱਲਾ 1.5 ਕਿੱਲਾ ਵਾਲੇ ਕਿਸਾਨ, ਉਹਨਾਂ ਦੀਆਂ ਜ਼ਮੀਨਾਂ ਵਿੱਚ ਆਉਣੀਆਂ ਨੇ, ਤੇ ਉਹਨਾਂ ਨੂੰ ਉਜਾੜਾ ਨਹੀਂ ਮੰਨਿਆ ਜਾ ਸਕਦਾ ਕਿ ਵੀ ਇੱਕ ਤਰ੍ਹਾਂ ਨਾਲ, ਕਿਉਂਕਿ ਨਾ ਤੇ ਉਹ ਕਿਸੇ ਹੋਰ ਜਾ ਕੇ ਇੰਨੇ ਪੈਸਿਆਂ 'ਚ ਕੋਈ ਜ਼ਮੀਨ ਉਨੀ ਖਰੀਦ ਸਕਦੇ ਆ ਜਾਂ ਉਸ ਤੋਂ ਵੱਧ ਬਣਾ ਸਕਦੇ ਆ। ਤੁਸੀਂ ਬਿਲਕੁਲ ਸਹੀ ਗੱਲ ਉਠਾਈ ਆ ਕਿ ਜ਼ਮੀਨ ਜਦੋਂ ਕਿ ਕਿੱਲਾ 1.5 ਕਿੱਲਾ ਕਿਸੇ ਦੀ ਜ਼ਮੀਨ ਨਿਕਲ ਜਾਂਦੀ ਆ, ਤੇ ਫਿਰ ਉਹਦਾ ਜਿਹੜੀਆਂ ਬੈਂਕਾਂ ਦੇ ਭਾਰੀ ਲਿਮਟਾਂ ਚੁੱਕੀਆਂ ਨੇ, ਬੜਾ ਭਾਰੀ ਵਿਆਜ ਪੈ ਚੁੱਕੇ ਨੇ, ਔਰ ਜ਼ਿਮੀਂਦਾਰਾ ਪਹਿਲਾਂ ਹੀ ਥੱਲੇ ਲੱਗ ਚੁੱਕਾ, ਉਹਨਾਂ ਪੈਸਿਆਂ ਨਾਲ ਤੇ ਸਿਰਫ ਲਿਮਟਾਂ ਹੀ ਧਰਨੀਆਂ ਨੇ, ਜ਼ਮੀਨ ਤੇ ਉਹਦੇ ਕੋਲ ਹੀ ਨਹੀਂ, ਹੋਰ ਉਹਨੇ ਦੇਣਦਾਰੀਆਂ ਕਰਨੀਆਂ ਨੇ, ਪਹਿਲਾਂ ਲਿਮਟਾਂ ਦੇ ਪੈਸੇ ਕੱਟਣੇ ਨੇ। ਇਸ ਕਰਕੇ ਜ਼ਮੀਨ ਦੇ ਉਹਦੇ ਕੋਲੋਂ ਕਿੱਲੇ 1.5 ਕਿੱਲੇ ਵਾਲੇ ਉਹਦੇ ਕਿਤੇ ਜਾ ਕੇ ਉਹਨੂੰ ਮੁੜ ਕੇ ਕਿੱਲਾ 2 ਕਿੱਲੇ ਜ਼ਮੀਨ ਮਿਲਣੀ ਨਹੀਂ ਗੀ। ਉਹ ਕਿੱਲਾ 2 ਕਿੱਲਾ ਕੌਣ ਵੇਚਦਾ ਜੀ? ਨਾਲ ਲੱਗਦਾ ਹੋਵੇ ਤੇ ਫਿਰ ਤੇ ਉਹ ਖਰੀਦ ਲਊਗਾ। ਇਸ ਤਰ੍ਹਾਂ ਉਹ ਵੀ ਇੱਕ ਨੁਕਸਾਨ ਆ, ਜ਼ਮੀਨ ਉਹਦੇ ਕੋਲ ਸਦਾ ਵਾਸਤੇ ਚਲੀ ਜਾਣੀ ਆ। ਸਰਕਾਰ ਨੂੰ ਬੇਨਤੀ ਆ, ਪੰਜਾਬ ਗੌਰਮੈਂਟ ਨੂੰ ਆ ਕਿ ਇਹ ਕਿਤੇ ਇੱਕ ਵਾਰੀ ਵੀ ਨਹੀਂ ਬੋਲੇ ਜੀ। ਪੰਜਾਬ ਗੌਰਮੈਂਟ ਦਾ ਕਦੀ ਕੋਈ ਅਧਿਕਾਰੀ, ਕਦੀ ਕੋਈ ਪੋਲੀਟੀਕਲ ਬੰਦਾ ਸਰਕਾਰ ਦਾ ਨਹੀਂ ਬੋਲਿਆ, ਕਿਤੇ ਦਿਖਾ ਦਿਓ ਤੁਸੀਂ ਕਦੀ ਸਟੇਟਮੈਂਟ ਜੀ ਵੀ ਹਾਂ ਜ਼ਿਮੀਂਦਾਰਾਂ ਨੂੰ ਘੱਟ ਮਿਲ ਰਹੇ ਆ ਰੇਟ। 13 ਦੇ ਵਿੱਚ 1 ਕਰੋੜ 15 ਲੱਖ ਰੁਪਈਆ, ਅੱਜ ਜਿਹੜਾ ਆ ਅੱਧੇ ਪੈਸੇ ਮਿਲ ਰਹੇ ਆ। ਇਹ ਜਦ ਕਿ ਪੈਸੇ ਵਧਣੇ ਚਾਹੀਦੇ ਸੀਗੇ। ਸੋ ਇੰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਮੇਰਾ ਆਪਣਾ ਨਿੱਜੀ ਸਵਾਲ ਹੈ ਕਿ ਜਿਸ ਕਿਸਾਨ ਦੀ ਜ਼ਮੀਨ ਅਕਵਾਇਰ ਕੀਤੀ ਜਾਂਦੀ ਹੈ, ਜਦੋਂ ਅਜਿਹੇ ਰੋਡ ਬਣਦੇ ਨੇ, ਤੇ ਸਰਕਾਰ ਕੋਲ ਸਰਕਾਰੀ ਜ਼ਮੀਨਾਂ ਬੜੀਆਂ ਹੁੰਦੀਆਂ ਨੇ, ਕਿਸਾਨਾਂ ਨੂੰ ਉੱਧਰ ਸ਼ਿਫਟ ਨਹੀਂ ਕਰ ਦਿੱਤਾ ਜਾਣਾ ਚਾਹੀਦਾ? ਉਨੀ ਕੁ ਜ਼ਮੀਨ ਜਿਹੜੀ ਉਹਨੂੰ ਮਿਲ ਜਾਵੇ ਕਿ ਉਹਦੀ ਜਿਹੜੀ ਖੇਤੀ ਵੀ ਚੱਲਦੀ ਰਹੇ, ਕਿਉਂਕਿ ਤੁਸੀਂ ਪੈਸਿਆਂ ਦਾ ਖਰਚਾ ਕੀਤਾ ਕਿ ਉਹ ਤਾਂ ਮਾਂ ਲਿਮਟਾਂ ਧਰ ਕੇ ਉੱਥੇ ਹੀ ਨਿਬੜ ਜਾਣੇ ਆ, ਤੇ ਅੱਗੇ ਤੇ ਕਿਸਾਨ ਦਾ ਖਰਚਾ ਤੁਰਨਾ ਹੀ ਨਹੀਂ। ਕਿਉਂਕਿ ਲਗਭਗ 30,000 ਏਕੜ ਪੰਜਾਬ ਦੀ ਜ਼ਮੀਨ ਜਿਹੜੀ ਆ ਉਹ ਜਾ ਰਹੀ ਆ। 30,000 ਏਕੜ ਇਹਨਾਂ ਕੋਲ ਕਿਸਾਨਾਂ ਨੂੰ ਦੇਣ ਵਾਸਤੇ ਹੈ ਨਹੀਂ ਗੀ। ਪੰਚਾਇਤਾਂ ਦਾ ਜਿਹੜੀਆਂ ਜ਼ਮੀਨਾਂ ਨੇ ਉਹ ਕਿਸਾਨਾਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ, ਕਿਉਂਕਿ ਉਹਦੇ ਨਾਲ ਪੰਚਾਇਤਾਂ ਛੋਟਾ ਮੋਟਾ ਜਿਹੜਾ ਆਪਣਾ ਡਿਵੈਲਪਮੈਂਟ ਦਾ ਕੰਮ ਕਰਦੀਆਂ, ਜਾਂ ਉਹਦੇ ਵਿੱਚ ਕੋਈ ਸਰਕਾਰੀ ਪ੍ਰੋਜੈਕਟ ਆਉਣ ਵਾਲੇ ਸਮੇਂ 'ਚ ਰੱਖਣ ਦੀ ਪੰਚਾਇਤਾਂ ਨੂੰ ਵੀ ਆਸ ਹੁੰਦੀ ਆ। ਸਰਕਾਰ ਵੀ ਸੋਚਦੀ ਆ ਕਿ ਇਹ ਪਿੰਡ 'ਚ ਪ੍ਰੋਜੈਕਟ ਦੇ ਦਿਓ, ਜ਼ਮੀਨ ਪੰਚਾਇਤ ਦੀ ਹੈਗੀ ਆ। ਇਸ ਕਰਕੇ ਉਸ ਚੀਜ਼ ਦੇ ਨਾਲ ਨਹੀਂ ਪੂਰੀ ਗੱਲ ਨਿਬੜਦੀ। ਜ਼ਮੀਨਾਂ ਦੇ ਭਾਅ ਚੰਗੇ ਦੇਣੇ ਹੀ ਇੱਕੋ ਇੱਕ ਵਿਕਲਪ ਆ। ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਨੂੰ ਬਚਾਉਣ ਲਈ, ਜਿਸ ਤਰ੍ਹਾਂ ਕਿ ਤੂੜੀ ਪਰਾਲੀ ਦੇ ਉੱਤੇ ਜੁਰਮਾਨੇ ਹੁੰਦੇ ਨੇ, ਪਰਚੇ ਹੁੰਦੇ ਨੇ, ਅੱਜ ਕੱਲ੍ਹ ਤੇ ਖੁਸ਼ਖਬਰੀ ਇਹ ਬਣ ਗਈ ਆ ਕਿ ਪਹਿਲਾਂ ਪਰਾਲੀ ਨੂੰ ਸਾੜਨ ਦਾ ਪਰਚਾ ਕਰੋ, ਬਾਅਦ ਵਿੱਚ ਖੁਸ਼ਖਬਰੀ ਹੁੰਦੀ ਆ ਕਿ ਤੁਹਾਡਾ ਪਰਚਾ ਰੱਦ ਕਰ ਦਿੱਤਾ। ਜਾਂ ਤੁਸੀਂ ਕਿਸਾਨੀ ਅੰਦੋਲਨ ਕਰ ਰਹੇ ਹੋ, ਉਹਦੇ ਉੱਤੇ ਪਰਚੇ ਹੋ ਗਏ ਨੇ, ਇਹ ਵੀ ਖੁਸ਼ਖਬਰੀ ਆ ਜੀ ਕਿ ਰੱਦ ਕਰ ਦਿੱਤਾ। ਕੇਂਦਰ ਨੇ ਅੱਜ ਖੇਤੀ ਕਾਨੂੰਨ ਰੱਦ ਕੀਤੇ ਆ, ਤੇ 700 ਕਿਸਾਨ ਦੀ ਸ਼ਹਾਦਤ ਤੋਂ ਬਾਅਦ ਇਹ ਵੀ ਖੁਸ਼ਖਬਰੀ ਆ ਸਾਡੇ ਲਈ। ਪੰਜਾਬੀਆਂ ਨੇ ਜਿੰਨੀਆਂ ਵੀ ਗੱਲਾਂ ਮਨਾਈਆਂ ਨੇ, ਸਿੱਖਾਂ ਨੇ ਮਨਵਾਈਆਂ ਨੇ, ਕਿਸਾਨਾਂ ਨੇ ਮਨਵਾਈਆਂ ਨੇ, ਸ਼ਹਾਦਤਾਂ ਦੇ ਕੇ ਮਨਵਾਈਆਂ ਨੇ। ਇਸ ਕਰਕੇ ਇਹਨਾਂ ਦੀਆਂ ਸ਼ਹਾਦਤਾਂ ਦਾ ਤਾਂ ਮੁੱਲ ਹੀ ਨਹੀਂ ਕੋਈ ਦੇ ਸਕਦਾ ਜੀ। ਇੱਕ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਵਿੱਚ ਆਉਂਦੀ ਆ, ਉਹਨਾਂ ਦਾ ਕਰਜ਼ਾ ਵੀ ਮਾਫ ਕਰ ਦਿੱਤਾ ਜਾਣਾ ਚਾਹੀਦਾ? ਬਿਲਕੁਲ ਕਰਜ਼ਾ ਮਾਫ ਕਰ ਦੇਣਾ ਚਾਹੀਦਾ। ਦੂਸਰਾ, ਚਲੋ
ਇਹ ਜੇ ਜਾਇਜ਼ ਇਹ ਰੇਟ ਮਿਲ ਜਾਵੇ ਤੇ ਫਿਰ ਸੋਚੇਗਾ ਕਿ ਮੈਂ 2-3 ਏਕੜ ਸੱਜੇ ਖੱਬੇ ਜਾਂ 4-5 ਏਕੜ ਸੱਜੇ ਖੱਬੇ ਜ਼ਮੀਨ ਖਰੀਦ ਲਵਾਂ, ਫਿਰ ਉਹਦੀ ਗੱਲ ਬਣ ਜੂਗੀ। ਲੇਕਿਨ ਜੇ ਭਾਅ ਹੀ ਇੰਨਾ ਥੋੜ੍ਹਾ ਤੇ ਨੁਕਸਾਨ ਹੀ ਇੰਨਾ ਜ਼ਿਆਦਾ, ਹੁਣ ਇੱਥੇ ਆ ਬੁਰਜੀ ਲੱਗੀ ਹੈ ਜੀ, ਤੇ ਜੇ ਸੜਕ ਦੀ ਹਾਈਟ 10 ਫੁੱਟ ਹੋ ਗਈ ਤੇ ਫਿਰ ਇਹ ਜ਼ਮੀਨ ਦੀ ਲਾਗਲੀ ਨੂੰ ਮਿੱਟੀ ਪਾਉਣ ਲਈ ਕਿੰਨੇ ਪੈਸੇ ਲੱਗਣਗੇ? ਸੜਕ ਦੇ ਬਰਾਬਰ ਕੋਈ ਕੰਮ ਸ਼ੁਰੂ ਕਰਨਾ, ਕਿਸੇ ਨੇ ਕੋਈ ਵੇਚਣਾ, ਉਹਨੇ ਦੀ ਜ਼ਮੀਨ ਤੇ ਉਹਨੇ ਉੱਤੇ ਉਹਦੀ ਭਰਤੀ ਪਾਉਣੀ ਪਵੇਗੀ। ਮਤਲਬ ਕਿ ਇਸ ਤਰੀਕੇ ਨਾਲ ਵੀ ਇਹ ਕਾਰਪੋਰੇਟ ਘਰਾਣੇ ਦੇ ਹੱਥਾਂ 'ਚ ਹੀ ਜਾਏਗੀ। ਬਿਲਕੁਲ ਕਾਰਪੋਰੇਟ ਹੱਥਾਂ ਦੇ ਵਾਲੇ ਪਾਸੇ ਆ। ਜਾਇਜ਼ ਭਾਅ ਮਿਲ ਜਾਣ, ਜ਼ਮੀਨ ਜਿਹੜੀ ਆ ਘਟਦੀ ਜਾ ਰਹੀ ਆ, ਸੜਕਾਂ ਦੇ ਉੱਤੇ ਨਜਾਇਜ਼ ਕਬਜ਼ੇ ਆ, ਜਿੱਥੇ ਬਾਜ਼ਾਰਾਂ ਦੇ ਵਿੱਚ ਨਜਾਇਜ਼ ਕਬਜ਼ੇ ਆ ਛਡਵਾ ਕੇ ਤੇ ਉੱਥੇ ਉਹਨਾਂ ਦੇ ਬਾਜ਼ਾਰਾਂ ਦੇ ਵਿੱਚੋਂ ਹੀ ਸੜਕਾਂ ਬਣਾਉਣੀਆਂ ਚਾਹੀਦੀਆਂ ਸੀਗੀਆਂ। ਜ਼ਿਮੀਂਦਾਰ ਕੋਈ ਵੀ ਖੁਸ਼ ਨਹੀਂ ਗਾ ਕਿ ਸਾਡੀ ਜ਼ਮੀਨ ਲੈ ਲਓ, ਪਰ ਅਸੀਂ ਸਰਕਾਰੀ ਕੰਮ ਨੂੰ ਡੱਕਣਾ ਵੀ ਨਹੀਂ ਚਾਹੁੰਦੇ ਕਿ ਸੜਕਾਂ ਬਣ ਰਹੀਆਂ ਨੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ, ਤੇ ਚਲੋ ਸੁੱਖ ਸਹੂਲਤਾਂ ਤੇ ਹੋਣਗੀਆਂ ਹੀ, ਲੇਕਿਨ ਬੁਨਿਆਦੀ ਗੱਲ ਆ ਕਿ ਜ਼ਿਮੀਂਦਾਰ ਨੂੰ ਰੇਟ ਜਿਹੜਾ ਆ ਜ਼ਮੀਨ ਦਾ ਉਹਦੀ ਦਾ ਜਾਇਜ਼ ਮਿਲ ਜਾਵੇ, ਸਹੀ ਮਿਲ ਜਾਵੇ, ਤਾਂ ਜੋ ਕਿ ਉਹ ਕਵੇ ਕਿ ਮੈਂ ਚੱਲ ਜ਼ਮੀਨ ਦਿੱਤੀ ਆ ਤੇ ਮੇਰਾ ਕੁਝ ਸੌਰ ਵੀ ਗਿਆ। ਮਤਲਬ ਕਿ ਕਿਸੇ ਦਾ ਉਜਾੜਾ ਕਰਕੇ ਜਿਹੜੀ ਆ ਡਿਵੈਲਪਮੈਂਟ ਨਾ ਹੋਵੇ, ਡਿਵੈਲਪਮੈਂਟ ਨਹੀਂ ਹੋਣੀ ਚਾਹੀਦੀ। ਸੋ ਧੰਨਵਾਦ ਹੈ ਬਹੁਤ ਬਹੁਤ ਦੋਸਤੋ। ਇੱਕ ਵਾਰੀ ਕੈਮਰਾਮੈਨ ਕਹੋ ਕਿ ਬੁਰਜੀਆਂ ਦੂਜੀ ਸਾਈਡ ਤੇ ਵੀ ਜਿਹੜੀਆਂ ਵਿਖਾ ਦਿੱਤੀਆਂ ਜਾਣ ਕਿ ਬਿਲਕੁਲ ਨਿਸ਼ਾਨਦੇਹੀ ਹੋ ਗਈ ਆ ਕਿ ਇੱਥੋਂ ਜਿਹੜਾ ਆ ਬਾਈਪਾਸ ਕੱਢਿਆ ਜਾਣਾ। ਹੋਰ ਵੀ ਕਿਸਾਨ ਮੇਰੇ ਨਾਲ ਮੌਜੂਦ ਨੇ, ਖੇਤੀ ਕਾਨੂੰਨਾਂ ਬਾਰੇ ਗੱਲ ਕਰਦੇ ਆ। ਐਲਾਨ ਹੋ ਗਿਆ, ਕਿਵੇਂ ਦਾ ਮਹਿਸੂਸ ਕਰ ਰਹੇ? ਬੜਾ ਵਧੀਆ ਜੀ, ਇਹਨਾਂ ਜੱਦੋਜਹਿਦ ਕਰਨ ਦੇ ਬੜੇ ਸਾਲ ਹੋ ਗਿਆ ਕਿਸਾਨ ਵੀਰਾਂ ਨੂੰ, ਬਹੁਤ ਜ਼ਿਆਦਾ ਉੱਥੇ ਮੁਸ਼ਕਲਾਂ ਆਈਆਂ ਉਹਨਾਂ ਨੂੰ, ਇਸ ਕਰਕੇ ਇਹਨੇ ਬਹੁਤ ਵਧੀਆ ਕੀਤਾ ਮੋਦੀ ਸਾਹਿਬ ਨੇ। ਮਤਲਬ ਕਿ ਦੇਰ ਆਏ ਦਰੁਸਤ ਆਏ। ਹਾਂਜੀ ਹਾਂਜੀ ਬਿਲਕੁਲ ਜੀ, ਟਾਈਮ ਨਾਲ ਹੋ ਜਾਣਾ ਚਾਹੀਦਾ ਸੀ। ਹਾਂਜੀ ਹਾਂਜੀ ਟਾਈਮ ਨਾਲ ਹੋਣਾ ਜੀ, ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਉੱਥੇ ਜੀ, ਇਸ ਕਰਕੇ ਬੜਾ ਵਧੀਆ ਕੀਤਾ ਨਾ, ਹੁਣ ਕੀਤਾ ਹੀ ਆ ਤੇ ਚਲੋ ਧੰਨਵਾਦ ਹੈ ਜੀ। ਤੁਸੀਂ ਭਾਜੀ ਕੁਝ ਕਹਿਣਾ ਚਾਹੋਗੇ ਖੇਤੀ ਕਾਨੂੰਨ ਜਿਹੜੇ ਰੱਦ ਹੋ ਗਏ ਆ? ਖੇਤੀ ਕਾਨੂੰਨ ਰੱਦ ਕੀਤੇ, ਚਲੋ ਦੇਰ ਬਾਅਦ ਕੀਤੇ, ਦੇਰ ਆਏ ਦਰੁਸਤ ਆਏ, ਸਹੀ ਫੈਸਲਾ ਕੀਤਾ ਸਰਕਾਰ ਨੇ। ਪਰ ਜੇ ਅੱਗੋਂ ਵੀ ਹੁਣ ਸਹੀ ਫੈਸਲੇ ਕਰੇ, ਜਿਸ ਤਰ੍ਹਾਂ ਹੁਣ ਅਸੀਂ ਨਾਲਾ ਬਾਈਪਾਸ ਕੱਢ ਰਹੇ ਨੇ, ਜਿਹਦੇ ਕੋਲ 2.5 ਕਿੱਲੇ ਪੈਲੀ ਆ ਤੇ ਉਹਦੇ ਕੋਲੋਂ ਕਿੱਲਾ ਪੈਲੀ ਵਿੱਚੋਂ ਨਿਕਲ ਜਾਵੇ, ਉਹਨੂੰ ਹੁਣ ਕੋਈ ਉਜਾੜਾ ਪਤਾ ਨਹੀਂ, ਕੋਈ ਉਹਨੂੰ ਸਪਲੀਮੈਂਟ ਨਹੀਂ ਇਹ ਚੀਜ਼ ਦਾ, ਕੋਈ ਆਪਣੇ ਕਿਸੇ ਪਾਸੇ ਜ਼ਮੀਨ ਲੈ ਸਕੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਘੱਟੋ ਘੱਟ ਕਲੈਕਟਰੇਟ ਵਧਾ ਕੇ ਰੇਟ ਤੈਅ ਕੀਤੇ ਜਾਣ ਤੇ ਕਿਸਾਨ ਨੂੰ ਸੈਟੀਸਫਾਈ ਕੀਤਾ ਜਾਵੇ, ਤੇ ਉਹਦੇ ਜਿਹੜੇ ਲਿਮਟਾਂ ਦੇ ਜਾਂ ਬੈਂਕਾਂ ਦੇ ਕਰਜ਼ੇ ਨੇ ਉਹ ਮਾਫ ਕੀਤੇ ਜਾਣ। ਮਗਰ ਸੋ ਮੰਨ ਲਈਏ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਅਜੇ ਵੀ ਕਿਸਾਨਾਂ ਦੇ ਉੱਤੇ ਜ਼ਮੀਨਾਂ ਨੂੰ ਬਚਾਉਣ ਦਾ ਇੱਕ ਤਲਵਾਰ ਲਟਕ ਰਹੀ ਆ, ਇੱਕ ਖਦਸ਼ਾ ਹੈ। ਅਜੇ ਵੀ ਫੈਸਲੇ ਸਹੀ ਨਹੀਂ ਗਏ ਹੈਗੇ, ਇਹਨਾਂ ਨੂੰ ਅੱਗੋਂ ਬਹੁਤ ਸਹੀ ਫੈਸਲੇ ਕਰਨ ਦੀ ਜ਼ਰੂਰਤ ਆ। ਜੇ ਕਿਸਾਨ ਨੂੰ ਬਚਾਉਣਾ ਤੇ ਜੇ ਮਾਰਨਾ ਤੇ ਫਿਰ ਤੇ ਸਾਰੇ ਰਾਹ ਇਹਨਾਂ ਦੇ ਕੋਲ ਨੇ। ਸੋ ਧੰਨਵਾਦ ਹੈ ਜੀ ਬਹੁਤ ਬਹੁਤ। ਸੋ ਦੋਸਤੋ, ਕਿਸਾਨਾਂ ਦੀ ਮੰਗ ਹੈ ਕਿ ਜਿੱਥੇ ਖੇਤੀ 3 ਕਾਲੇ ਕਾਨੂੰਨ ਰੱਦ ਕੀਤੇ, ਉੱਥੇ ਖੇਤੀ ਸੈਕਟਰ ਨੂੰ ਬਚਾਉਣ ਲਈ ਜਿਹੜਾ ਆ ਸਰਕਾਰ ਕੋਈ ਨਵੀਂ ਰਣਨੀਤੀ ਲੈ ਕੇ ਆਵੇ, ਜਿਹਦੇ ਨਾਲ ਖੇਤੀ ਸੈਕਟਰ ਨੂੰ ਬਚਾਇਆ ਜਾ ਸਕੇ, ਨਾ ਕਿ ਅਜਿਹੀਆਂ ਸਾਜ਼ਿਸ਼ਾਂ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਸਿੱਧੇ ਰੂਪ 'ਚ ਜ਼ਮੀਨਾਂ ਦੇ ਦਿੱਤੀਆਂ ਜਾਣ। ਸੋ ਤੁਸੀਂ ਸਰਕਾਰ ਤੇ ਰਹਿਮਤ ਟੀਵੀ ਨਾਲ ਜੁੜੇ ਰਹਿਣਾ, ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਹੋਰ ਵੀ ਖਬਰਾਂ ਜਲਦੀ ਹੀ ਤੁਹਾਡੇ ਰੂਬਰੂ ਕੀਤੀਆਂ ਜਾਣ। ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠ, ਬਹੁਤ ਬਹੁਤ ਧੰਨਵਾਦ।